अस्सलामुअलैकुम जी, सब ਦਾ ਵਾਮ ਵੈਲਕਮ ਮੇਰੇ ਚੈਨਲ ਤੇ। ਰੋਮਾਨੀਆ ਦੀ ਸ਼ਿੰਗਨ ਦੇ ਵਿੱਚ ਸ਼ਮੂਲੀਅਤ ਉੱਤੇ ਮੈਂ ਗਾਹੇ ਬਗਾਹੇ ਤੁਹਾਨੂੰ ਨਈ ਇਨਫੋਰਮੇਸ਼ਨ ਸ਼ੇਅਰ ਕਰਦਾ ਰਹਿਣਾ। ਆਸਟਰੀਆ ਨੇ ਦੁਬਾਰਾ ਫਿਰ ਇੱਕ ਬਹੁਤ ਵੱਡੀ ਸਟੇਟਮੈਂਟ ਆਈ ਹੈ ਕਿ ਉਹਨਾਂ ਨੇ ਰਿਜੈਕਟ ਕਰ ਛੜਿਆ ਟਾਈਮ ਲਾਈਨ ਦੱਸਣਾ, ਕੋਈ ਖਾਸ ਤਾਰੀਖ ਦੱਸਣੀ ਕਿ ਰੋਮਾਨੀਆ ਕਦੋਂ ਤੱਕ ਸ਼ਿੰਗਨ ਦੇ ਵਿੱਚ ਸ਼ਾਮਲ ਹੋ ਸਕੇਗਾ ਹੈ। ਆਸਟਰੀਆ ਦੇ ਇੰਟੀਰੀਅਰ ਮਿਨਿਸਟਰ ਦੀ ਇਸ ਬੁੱਧ ਨੂੰ ਵੈਡਨਸਡੇ ਨੂੰ ਮੀਟਿੰਗ ਸੀ ਰੋਮਾਨੀਆ ਬੁਖਾਰਸਟ ਵਿੱਚ। ਰੋਮਾਨੀਆ ਦੇ ਇੰਟੀਰੀਅਰ ਮਿਨਿਸਟਰ ਨਾਲ ਜਿਹਦੇ 'ਚ ਉਹਨੇ ਕਿਹਾ ਕਿ ਅਸੀਂ ਵੀਟੋ ਨੂੰ ਚੁੱਕ ਨਹੀਂ ਸਕਦੇ ਹੈ, ਨਾ ਹੀ ਅਸੀਂ ਕੋਈ ਟਾਈਮ ਲਾਈਨ ਦੇ ਸਕਦੇ ਹਾਂ, ਕੋਈ ਖਾਸ ਤਰੀਕ ਦੇਖ ਸਕਦੇ ਹਾਂ ਕਿ ਇਸ ਤਰੀਕ ਤੋਂ ਬਾਅਦ ਅਸੀਂ ਰੋਮਾਨੀਆ ਦੀ ਸ਼ਿੰਗਨ ਦੇ ਵਿੱਚ ਸ਼ਮੂਲੀਅਤ ਦੀ ਮੁਖਾਲਫਤ ਨਹੀਂ ਕਰਾਂਗੇ। ਕਿਉਂਕਿ ਜਿਹੜੇ ਬੰਦੇ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਦਸੰਬਰ ਦੇ ਵਿੱਚ ਵੋਟਿੰਗ ਹੋਈ ਸੀ, ਜਿਹਦੇ ਵਿੱਚ ਸਾਰੇ ਮੁਲਕਾਂ ਨੇ ਰੋਮਾਨੀਆ ਦੇ ਹੱਕ ਵਿੱਚ ਵੋਟ ਕੀਤਾ ਸੀ ਸਿਵਾਏ ਆਸਟਰੀਆ ਤੋਂ, ਕਿਉਂਕਿ ਆਸਟਰੀਆ ਨੇ ਰੋਮਾਨੀਆ ਦੇ ਖਿਲਾਫ ਵੋਟ ਦਿੱਤਾ ਸੀ, ਜਿਸ ਦੀ ਵਜ੍ਹਾ ਤੋਂ ਰੋਮਾਨੀਆ ਸ਼ਿੰਗਨ ਦੇ ਵਿੱਚ ਸ਼ਾਮਲ ਨਹੀਂ ਸੀ ਹੋਇਆ। ਇਸੇ ਵਜ੍ਹਾ ਤੋਂ ਸਾਰੀ ਦੁਨੀਆ ਦੀਆਂ ਨਜ਼ਰਾਂ ਆਸਟਰੀਆ ਉੱਤੇ ਨੇ ਕਿ ਉਹ ਰੋਮਾਨੀਆ ਦਾ ਵੀ ਮੇਨ ਫੋਕਸ ਜਿਹੜਾ ਉਹ ਆਸਟਰੀਆ 'ਤੇ ਹੀ ਹੈ ਕਿ ਆਸਟਰੀਆ ਕਦੋਂ ਆਪਣੇ ਇਸ ਵੇਟੋ ਨੂੰ ख़त्म ਕਰੇਗਾ ਜਾਂ ਕਦੋਂ ਤੱਕ ਕੋਈ ਟਾਈਮ ਫਰੇਮ ਦੇ ਦੇਗਾ। ਇਸੇ ਵਜ੍ਹਾ ਤੋਂ ਉਹਦੇ ਨਾਲ ਮੁਜ਼ਾਕਰਾਤ ਵੀ ਚੱਲਦੇ ਪਏ ਸੀ ਇਹਨਾਂ ਦੇ ਹੈ, ਔਰ ਲੇਕਿਨ ਕਿਸੇ ਇਹ ਪੁਆਇੰਟ 'ਤੇ ਪਹੁੰਚ ਨਹੀਂ ਸੀ ਸਕੇ। ਹੁਣ ਵੀ ਜਦੋਂ ਮੀਟਿੰਗ ਸੀ ਤੇ ਉਹਨਾਂ ਕੋਲੋਂ ਸਵਾਲ ਹੋਇਆ ਸੀ ਆਸਟਰੀਆ ਦੇ ਇੰਟੀਰੀਅਰ ਮਿਨਿਸਟਰ ਕੋਲੋਂ ਕਿ ਤੁਸੀਂ ਕਦੋਂ ਤੱਕ ਇਹ ਪਾਬੰਦੀ ਚੁੱਕ ਸਕੋਗੇ, ਤੇ ਉਹਨੇ ਕਿਹਾ ਕਿ ਅਸੀਂ ਕੋਈ ਖਾਸ ਤਾਰੀਖ ਨਹੀਂ ਦੱਸ ਸਕਦੇ ਕਿ ਅਸੀਂ ਫਲਾਂ ਤਾਰੀਖ ਨੂੰ ਅਸੀਂ ਜਾਂ ਟਾਈਮ ਲਾਈਨ ਨਹੀਂ ਦੱਸ ਸਕਦੇ ਕਿ ਕਿੰਨੇ ਮਹੀਨਿਆਂ ਬਾਅਦ ਅਸੀਂ ਵੇਟੋ ਨੂੰ ख़त्म ਕਰ ਛੜਾਂਗੇ ਔਰ ਅਸੀਂ ਰੋਮਾਨੀਆ ਦੇ ਹੱਕ ਵਿੱਚ ਵੋਟ ਦਾਂਗੇ ਹੈ। ਉਹਨੇ ਕਿਹਾ ਕਿ ਮੈਂ ਬੜਾ ਖੁੱਲ੍ਹ ਕੇ ਗੱਲ ਕਰਨਾ ਕਿ ਉਹਨੇ ਕਿਹਾ ਮੈਂ ਬੜਾ ਖੁੱਲ੍ਹ ਕੇ ਗੱਲ ਕਰਨਾ ਕਿ ਜਦੋਂ ਤੱਕ ਯੂਰਪੀ ਯੂਨੀਅਨ ਦੇ ਐਕਸਟਰਨਲ ਬਾਰਡਰ ਜਿਹੜੇ ਨੇ ਉਹ ਮਹਿਫੂਜ਼ ਨਹੀਂ ਹੋਣਗੇ ਹੈ, ਅਸੀਂ ਕਿਸੇ ਲਾਈਨ 'ਤੇ ਨਹੀਂ ਆ ਸਕਦੇ ਹੈ। ਉਹਨੇ ਕਿਹਾ ਕਿ ਸਾਡਾ ਮੁਲਕ ਆਸਟਰੀਆ ਛੋਟਾ ਜਿਹਾ ਮੁਲਕ ਹੈ, ਸਾਰੀ ਸਾਈਡ ਤੋਂ ਸ਼ਿੰਗਨ ਮੁਲਕਾਂ ਨਾਲ ਘਿਰੇ ਹੋਇਆ ਹੈ। ਫਿਰ ਵੀ ਅਸੀਂ ਪਿਛਲੇ ਸਾਲ 2022 ਦੇ ਵਿੱਚ 1,10,000 ਬੰਦਿਆਂ ਨੇ ਆ ਕੇ ਸਿਆਸੀ ਪਨਾਹ ਸਾਡੇ ਮੁਲਕ ਵਿੱਚ ਅਪਲਾਈ ਕੀਤੀ ਹੈ। ਹੁਣ ਇਹ ਬੰਦੇ ਕਿਸੇ ਰਸਤੇ ਤੋਂ ਆਏ ਨੇ, ਜ਼ਾਹਿਰ ਬਾਤ ਇਹਦਾ ਉਹ ਮੇਨ ਇਲਜ਼ਾਮ ਰੋਮਾਨੀਆ 'ਤੇ ਲਾਉਂਦੇ ਨੇ ਹੈ। ਲੇਕਿਨ ਫਿਲਹਾਲ ਮੇਨ ਇੰਪੋਰਟੈਂਟ ਬਾਤ ਜਿਹੜੀ ਕਿ ਕਿਸੇ ਵੀ ਟਾਈਮ ਲਾਈਨ ਨੂੰ ਨਹੀਂ ਫਿਲਹਾਲ ਇਹਦੇ ਵਿੱਚ ਅਸੀਂ ਸਮਝਾਂਗੇ ਕਿ ਕਿਆ ਮੁਸਤਕਬਲ ਦੇ ਵਿੱਚ ਕਿੰਨੇ ਕੁ ਰੋਮਾਨੀਆ ਦੇ ਚਾਂਸਿਸ ਨੇ ਸ਼ਿੰਗਨ ਦੇ ਵਿੱਚ ਸ਼ਾਮਲ ਹੋਣ ਦੇ, ਔਰ ਕਰੰਟਲੀ ਇਹ ਕੀ ਕਰ ਰਹੇ ਨੇ, ਕਿਆ ਜੋ ਕੋਈ ਅੱਜ ਕੱਲ੍ਹ ਐਕਟੀਵਿਟੀ ਹੋ ਰਹੀ ਹੈ, ਜਿਹੜਾ ਉਹਨਾਂ ਨੇ ਕੋਈ ਸਿਸਟਮ ਬਣਾਇਆ ਇਹਦੇ ਥਰੂ ਕਿਆ ਮੁਸਤਕਬਲ ਦੇ ਵਿੱਚ ਰੋਮਾਨੀਆ ਦੇ ਚਾਂਸਿਸ ਬਣਨਗੇ ਕਿ ਨਹੀਂ ਬਣਨਗੇ। ਪਹਿਲੀ ਚੀਜ਼ ਤਾਂ ਇਹ ਹੈ ਕਿ ਰੋਮਾਨੀਆ ਦਾ ਪੂਰਾ ਪਲਾਨ ਸੀ, ਰੋਮਾਨੀਆ ਦੀ ਬੜੀ ਕੋਸ਼ਿਸ਼ ਸੀ ਕਿ ਇਸ ਸਾਲ 2023 ਦੇ ਆਖਰ ਦੇ ਵਿੱਚ ਰੋਮਾਨੀਆ ਸ਼ਿੰਗਨ ਦੇ ਵਿੱਚ ਸ਼ਾਮਲ ਹੋ ਜੇ ਹੈ। ਲੇਕਿਨ ਜਿਹੜੇ ਹੁਣ ਤੱਕ ਇਹਨਾਂ ਦੀ ਨੈਗੋਸ਼ੀਏਸ਼ਨ ਹੋਈ ਹੈ ਆਸਟਰੀਆ ਦੇ ਨਾਲ, ਉਸ ਤੋਂ ਇਹ ਲੱਗ ਰਿਹਾ ਕਿ ਨਾ ਹੀ ਆਸਟਰੀਆ ਨਾਲ ਕੁਝ ਸਟੈਪਸ ਕਲੀਅਰ ਕਰ ਰਿਹਾ ਹੈ, ਨਾ ਹੀ ਇਹਨਾਂ ਨੂੰ ਕੋਈ ਟਾਈਮ ਲਾਈਨ ਦੇ ਰਿਹਾ ਹੈ ਕਿ ਕਦੋਂ ਉਹ ਬਲਾਕੇਟ ख़त्म ਕਰੇਗਾ, ਕਦੋਂ ਉਹ ਇਹਨਾਂ ਦੇ ਖਿਲਾਫ ਵੇਟੋ ਨੂੰ ख़त्म ਕਰੇਗਾ। ਇਹ ਅਜੇ ਤੱਕ ਹਨੇਰੇ 'ਚ ਗੱਲ ਹੈ, ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ। ਪਹਿਲੀ ਚੀਜ਼ ਹੈ। ਦੂਜੀ ਚੀਜ਼ ਹੈ ਵੀ ਕਿ ਉਹਨੇ ਕਿਹਾ ਕਿ ਅਸੀਂ ਰੋਮਾਨੀਆ ਦੇ ਖਿਲਾਫ ਨਹੀਂ ਹੈ, ਅਸੀਂ ਰੋਮਾਨੀਆ ਦੇ ਖਿਲਾਫ ਲੜ ਨਹੀਂ ਰਹੇ ਹੈ, ਲੇਕਿਨ ਰੋਮਾਨੀਆ ਦੇ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਵੇ। ਤੀਸਰੀ ਚੀਜ਼ ਇਹ ਵੇ ਕਿ ਉਹ ਜਿਹੜਾ ਸਭ ਤੋਂ ਜ਼ਿਆਦਾ ਫੋਕਸ ਆਸਟਰੀਆ ਕਰ ਰਿਹਾ, ਉਹ ਕਹਿ ਰਿਹਾ ਕਿ ਜਿਹੜਾ ਸਿਸਟਮ ਬਣਿਆ ਉਹ ਸਿਸਟਮ ਕੰਮ ਨਹੀਂ ਕਰ ਰਿਹਾ। ਜਿਹੜਾ ਸਿਸਟਮ ਬਣਿਆ ਗੈਰ ਕਾਨੂੰਨੀ ਨਕਲੋ ਹਮਲ ਨੂੰ ਰੋਕਣ ਦਾ, ਇਲੀਗਲ ਬਾਰਡਰ ਕ੍ਰਾਸਿੰਗ ਦਾ, ਉਹ ਸਿਸਟਮ ਜਿਹੜਾ ਉਹਨੇ ਕਿਹਾ ਅਸੀਂ ਬਹੁਤ ਦੂਰ ਹਾਂ, ਚੌਖੇ ਸਾਰੇ ਦੂਰ ਹਾਂ ਉਸ ਸਿਸਟਮ ਦੇ ਕੰਮ ਕਰਨ 'ਤੇ ਹੈ। ਇਹ ਸਿਸਟਮ ਉਹ ਕੰਮ ਨਹੀਂ ਕਰ ਰਿਹਾ ਹੈ। ਉਹਦੇ ਵਾਸਤੇ ਹੁਣ ਕੀ ਚੌਥੇ ਨੰਬਰ 'ਤੇ ਕੀ ਕਰ ਰਹੇ ਨੇ ਕਿ ਉਹਨਾਂ ਨੇ ਕਿਹਾ ਕਿ ਅਸੀਂ ਰਲ ਕੇ ਇੱਕ ਕੋਆਲੀਸ਼ਨ ਬਣਾਉਂਦੇ ਹਾਂ ਸਾਰੇ ਮੁਲਕ, ਔਰ ਅਸੀਂ ਯੂਰਪੀਅਨ ਕਮਿਸ਼ਨ 'ਤੇ ਪ੍ਰੈਸ਼ਰ ਪਾਉਂਦੇ ਹਾਂ ਕਿ ਉਹ ਸਿਸਟਮ ਦੇ ਅਮਲ ਹੋਣ ਵਿੱਚ ਕਿਰਦਾਰ ਅਦਾ ਕਰੇ ਤਾਂ ਕਿ ਇਲੀਗਲ ਬਾਰਡਰ ਕ੍ਰਾਸਿੰਗ ਘਟੇ ਹੈ। ਪੰਜਵੇਂ ਨੰਬਰ 'ਤੇ ਉਹ ਹੁਣ ਇਸ ਦਾ ਜਿਹੜਾ ਨੈਕਸਟ ਸਟੈਪ ਉਹ ਕਰਨਗੇ ਕਿ ਆਸਟਰੀਆ ਦੀ ਔਰ ਹੰਗਰੀ ਦੀ ਜਿਹੜੀ ਪੁਲਿਸ ਹੈ ਉਹ ਰੋਮਾਨੀਆ ਔਰ ਸਰਬੀਆ ਬਾਰਡਰ 'ਤੇ ਬਾਕਾਇਦਾ ਗਸ਼ਤ ਕਰੇਗੀ ਔਰ ਆਪਸ ਦਾ ਕੋਆਪਰੇਸ਼ਨ ਮਜ਼ੀਦ ਇਸ ਨੂੰ ਮਜ਼ਬੂਤ ਕਰਨਗੇ
ताकि आने वाले वक्त ਵਿੱਚ अगर कोई चांसेस इलीगल ਬਾਰਡਰ ਕ੍ਰਾਸਿੰਗ ਦੇ ਘੱਟ ਤੋਂ ਘੱਟ ਕਰਦੇ ਜਾਣਗੇ, ਯਾਨੀ ਕਿ ਜਿਹੜੇ ਚਾਂਸਸ ਅੱਜ ਤੋਂ 2-3-4 ਸਾਲ ਪਹਿਲੇ ਸੀ ਉਹ ਹਰ ਗੁਜ਼ਰਦੇ ਦਿਨ ਦੇ ਨਾਲ ਘਟਦੇ ਜਾਣਗੇ। ਲੇਕਿਨ ਮੁੱਕਦੀ ਗੱਲ ਹੈ ਇਹ ਕਿ ਮੁਸਤਕਬਲ ਦੇ ਵਿੱਚ ਅੱਜ ਦੀ ਡੇਟ 'ਚ ਅਗਰ ਪ੍ਰੈਡਿਕਟ ਕੀਤਾ ਜਾਏ ਤਾਂ ਨਹੀਂ ਕੀਤਾ ਜਾ ਸਕਦਾ ਕਿ ਕਦੋਂ ਰੋਮਾਨੀਆ ਸ਼ਿੰਗਨ ਦੇ ਵਿੱਚ ਸ਼ਾਮਲ ਹੋਵੇਗਾ। ਬਾਕੀ ਜਿੱਥੇ ਵੀ ਰਹੋ ਜਿਮਦੇ ਵਸਤੇ ਰਹੋ, ਖੁਦਾ ਸਾਹਿਬ ਦਾ ਹਾਮੀ ਨਾਸਿਰ ਹੋਵੇ। ਫੀ ਅਮਾਨ ਅੱਲਾ, ਟੇਕ केयर।